ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਾਂ ਬੁਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। हम ना सख्त कर सिफत तुम्हारी, आप लिहो तुम कथा सुधारी। पिता जन्म जिम पूत न पावै, कहाँ तवन का भेद बतावै। कहाँ लागे कीट बखानै, महिमा तोर तुही प्रभ जानै। बेशुमार अथाह अगणित अतोलै, ज्यों बुलावो त्यों नानक दास बोलै। सतनाम श्री वाहिगुरू जी। श्लोक महला तीजा। सतगुर की सेवा गाखड़ी, सिर दीजै आप गवाए। शब्द मरै विर ना मरै, तां सेवा पवै सब थाएं। पारस परसै पारस होवै, सच रहै लिव लाए। जिस पूरब होवै लिखिया, जिस सतगुर मिलै प्रभ आए। नानक गणतै सेवक ना मिलै, जिस बख्शे सो पवै थाएं। वाहिगुरू जी का खालसा, वाहिगुरू जी की फतेह। परम सत्कारयोग जुगो जुग अटल, चबर शतर तख्त दे मालक। हाजरा हजूर जारा जहूर, सर्व कला भरपूर। शब्द गुरु धन धन श्री गुरु ग्रंथ साहिब जी महाराज। दीन दुनी दे मालक बख्शिश कीती है। सत संगत दा अमोलक समा बख्शिश कीता है। इस समय गुरु के कीर्तनियां ने आसा की वार दे कीर्तन कीते हन। उपरंत जो इस पावन पवित्र अस्थान ते गुरबाणी की लड़ीवार कथा चल रही है, इस दे तहत सोठ रागणी की वार जो गुरु रामदास महाराज जी की उचारण की हुई है। पौड़ियां वाले सारे शब्द गुरु रामदास जी दे हन। श्लोक नाल दूसरे गुरु साहिबान दे भी हन। पौड़ियां दे नाल जिन्ने भी श्लोक हन, वो पौड़ियां दे गोज भाव नूं खोलदे हन। सतगुरु जी जो उपदेश बख्शिश कर रहे हैं, सतगुरु की पावन बाणी नाल जुड़ के लाहा प्राप्त करिए। साहिब सच्चे पातशाह बख्शिश कर रहे हैं। श्लोक महला तीजा। गुरु अमरदास महाराज जी बख्शिश कर रहे हैं। सतगुर की सेवा गाखड़ी, सिर दीजै आप गवाए। सतगुरु की जिहड़ी सेवा है बड़ी गाखड़ी है, बड़ी औखी है। आपां वेखदे हां संसार विच जिन्ना भी कोई कारज औखा हुंदा है करना,
ਉਸ ਕਾਰਜ ਦਾ ਕਰਨ ਦਾ ਫਲ ਵੀ ਜ਼ਿਆਦਾ ਮਿਲਦਾ ਹੈ। ਜਿੰਨਾ ਕੰਮ ਸੌਖਾ ਹੈ ਉਹਦਾ ਫਲ ਵੀ ਘੱਟ ਮਿਲਦਾ ਹੈ। ਤੋ ਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਗੁਰੂ ਦੀ ਸੇਵਾ ਬੜੀ ਔਖੀ ਹੈ, ਬੜੀ ਗਾਖੜੀ ਹੈ, ਪਰ ਇਹਦਾ ਵੱਡਾ ਭਾਰੀ ਮਹਾਤਮ ਹੈ। ਸੰਸਕ੍ਰਿਤੀ ਦੇ ਅੰਦਰ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਪਾਸ਼ੰ ਕਰੋਤ ਅਗਰਣੀ ਵਹਿ ਨਿਰਾਸੰਗ ਆਸ ਪੂਰਨੈ ਨਿਰਧਨ ਵਿਅੰਗ ਧਨਵੰਤੈ ਰੋਗੀਅੰ ਰੋਗ ਖੰਡਨੈ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਾਤਾਰੈ ਨਾਨਕ ਗੁਰ ਸੇਵਾ ਕਿੰਗ ਨਾ ਲੱਭਿਅਤੇ। ਗੁਰੂ ਦੀ ਸੇਵਾ ਕਰਕੇ ਕੀ ਕੁਝ ਪ੍ਰਾਪਤ ਨਹੀਂ ਹੁੰਦਾ। ਜਿਹੜਾ ਮਨੁੱਖ ਸੰਸਾਰ ਵਿੱਚ ਅੱਗੇ ਹੋਣਾ ਚਾਹੁੰਦਾ ਹੈ, ਪਿੱਛੇ ਰਹਿ ਚੁੱਕਾ ਹੈ ਸਾਰੇ ਪੱਖ ਤੋਂ, ਗੁਰੂ ਦੀ ਸੇਵਾ ਕਰਨ ਨਾਲ ਅੱਗੇ ਵੱਧ ਜਾਂਦਾ ਹੈ, ਸਭ ਤੋਂ ਅੱਗੇ ਹੋ ਜਾਂਦਾ ਹੈ। ਜਿਹਦੀ ਕਿਤੋਂ ਆਸ ਪੂਰੀ ਨਹੀਂ ਹੁੰਦੀ ਉਹਦੀ ਆਸ ਪੂਰੀ ਹੋ ਜਾਂਦੀ ਹੈ। ਜਿਹੜਾ ਭਗਤੀ ਕਰਨੀ ਚਾਹੁੰਦਾ ਹੈ ਪਰ ਭਗਤੀ ਹੁੰਦੀ ਨਹੀਂ, ਉਹ ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦੇਵੇ। ਕੋਈ ਵੀ ਸੇਵਾ ਜਦੋਂ ਆਪਾਂ ਕਰਨ ਲੱਗ ਜਾਵਾਂਗੇ ਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਫਿਰ ਸਾਨੂੰ ਭਗਤੀ ਦੀ ਦਾਤ ਬਖਸ਼ਿਸ਼ ਕਰ ਦੇਣਗੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦੀ ਸੇਵਾ ਕਰਨ ਦੇ ਨਾਲ ਜਿਹੜਾ ਬੰਦਾ ਨਿਰਧਨ ਹੈ ਉਹ ਧਨ ਵਾਲਾ ਹੋ ਜਾਂਦਾ ਹੈ। ਜਿਸ ਬੰਦੇ ਦਾ ਰੋਗ ਠੀਕ ਨਹੀਂ ਹੁੰਦਾ, ਕੋਈ ਬਿਮਾਰੀ ਆਪਾਂ ਵੇਖਦੇ ਹਾਂ ਕਈ ਵਾਰ ਲੱਗ ਜਾਂਦੀ ਐਸੀ, ਉਹ ਬਿਮਾਰੀ ਵੀ ਠੀਕ ਹੋ ਜਾਂਦੀ ਹੈ। ਗੁਰੂ ਦੀ ਸੇਵਾ ਦਾ ਇੰਨਾ ਵੱਡਾ ਮਹਾਤਮ ਹੈ, ਜਿੱਥੇ ਡਾਕਟਰ ਵੀ ਕਹਿ ਦੇਣ ਇਹਦਾ ਹੁਣ ਇਲਾਜ ਨਹੀਂ ਹੈ, ਗੁਰੂ ਦੀ ਸੇਵਾ ਕਰਨ ਨਾਲ ਉਹ ਵੀ ਬਖਸ਼ਿਸ਼ ਹੋ ਜਾਂਦੀ। ਲਾ ਇਲਾਜ ਰੋਗ ਜਿਹੜੇ ਨੇ ਉਹ ਵੀ ਇਲਾਜ ਹੋ ਜਾਂਦਾ ਹੈ। ਨਿਰਧਨ ਵਿਅੰਗ ਧਨਵੰਤੈ ਰੋਗੀਅੰ ਰੋਗ ਖੰਡਨੈ ਪਰ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ ਪਾਰ ਬ੍ਰਹਮ ਪੁਰਖ ਦਾਤਾਰੈ ਨਾਨਕ ਗੁਰ ਸੇਵਾ ਕਿੰਗ ਨਾ ਲੱਭਿਅਤੇ। ਪਰ ਸੇਵਾ ਕਰਨੀ ਬੜੀ ਔਖੀ ਹੈ। ਪਾਤਸ਼ਾਹ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਕਿਵੇਂ ਸਤਿਗੁਰੂ ਦੀ ਸੇਵਾ? ਸਿਰ ਭੇਟਾ ਕਰ ਦੇਵੇ, ਭਾਵ ਆਪਣੀ ਹਉਮੈ ਨੂੰ ਛੱਡ ਦੇਵੇ। ਇੱਥੇ ਸਿਰ ਦੇਣ ਦਾ ਭਾਵ ਕੀ ਹੈ? ਆਪਣੀ ਆਪਣੱਤ ਨੂੰ ਛੱਡ ਦੇਵੇ, ਹਉਮੈ ਨੂੰ ਛੱਡ ਦੇਵੇ, ਆਪਾ ਆਪ ਗਵਾ ਦੇਵੇ। ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੈ ਸਭ ਥਾਏ। ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਮਾਰ ਲਵੇ, ਭਾਵ ਆਪਣਾ ਆਪ ਤਿਆਗ ਕਰ ਦੇਵੇ। ਬੜੀ ਔਖੀ ਗੱਲ ਹੈ। ਮਨੁੱਖ ਬੜਾ ਕੁਝ ਤਿਆਗ ਦਿੰਦਾ ਹੈ ਪਰ ਆਪਣਾ ਆਪ ਨਹੀਂ ਤਿਆਗਦਾ। ਮਨੁੱਖ ਪੈਸਾ ਵੀ ਤਿਆਗ ਦਿੰਦਾ ਹੈ, ਪਦਾਰਥ ਵੀ ਤਿਆਗ ਦਿੰਦਾ ਹੈ, ਘਰ-ਬਾਰ ਵੀ ਤਿਆਗ ਦਿੰਦਾ ਹੈ, ਬੜਾ ਕੁਝ ਤਿਆਗ ਦਿੰਦਾ ਹੈ ਪਰ ਆਪਣੀ ਹਉਮੈ ਨੂੰ ਨਹੀਂ ਤਿਆਗਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਵਰ ਗਲੈ ਮਾਨ ਸਭੈ ਕੋ ਖਾਏ। ਮਨੁੱਖ ਆਪਣੀ ਹਉਮੈ ਨੂੰ ਨਹੀਂ ਛੱਡਦਾ। ਵੱਡੇ ਵੱਡੇ ਰਿਸ਼ੀ ਮੁਨੀ ਘਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪ ਕੀਤਾ, ਸਾਧਨਾ ਕੀਤੀ,
ਤੇ ਇਸ ਗੱਲ ਦਾ ਹੰਕਾਰ ਚੁੱਕੀ ਫਿਰੇ, ਮੈਂ ਘਰ-ਬਾਰ ਛੱਡਿਆ ਹੈ, ਮੈਂ ਪਦਾਰਥ ਛੱਡੇ ਹਨ, ਮੈਂ ਇਹ ਕੁਝ ਛੱਡਿਆ ਹੈ। ਉਹ ਹੰਕਾਰ, ਉਹ ਮਾਣ ਨਾਲ ਚੁੱਕੀ ਫਿਰੇ। ਤੋ ਭਗਤ ਕਬੀਰ ਸਾਹਿਬ ਕਹਿੰਦੇ ਉਸ ਮਾਣ ਨੇ ਸਾਰੀ ਕੀਤੀ ਹੋਈ ਘਾਲਣਾ ਵਿਅਰਥ ਗਵਾ ਦਿੱਤੀ। ਇੱਕ ਸਵਾਮੀ ਰਾਮ ਜੀ ਹੋਏ ਨੇ, ਬੜੀ ਬੰਦਗੀ ਵਾਲੀ ਰੂਹ ਹੋਏ ਨੇ। ਜੋ ਪਹਾੜੀ ਇਲਾਕਾ ਹੈ, ਉਹਨਾਂ ਨੇ ਆਪਣੀ ਬਾਇਓਗ੍ਰਾਫੀ ਦੇ ਵਿੱਚ ਲਿਖਿਆ ਹੈ ਕਿ ਪਹਾੜਾਂ ਦੇ ਵਿੱਚ ਬੜੇ ਹੁਣ ਵੀ ਨਾ ਸਾਧੂ ਉੱਥੇ ਤਪੱਸਿਆ ਕਰਦੇ ਨੇ, ਸਾਧਨਾ ਕਰਦੇ ਨੇ। ਉਹ ਵੀ ਕਿਸੇ ਮਹਾਂਪੁਰਖ ਦੇ ਕੋਲ ਸਿੱਖਿਆ ਲੈਂਦੇ ਸੀ ਰੂਹਾਨੀਅਤ ਦੀ, ਤੇ ਹੋਰ ਵੀ ਉਹਨਾਂ ਦੇ ਨਾਲ ਦੇ ਸਾਥੀ ਸਨ। ਕਹਿੰਦੇ ਇੱਕ ਵਾਰੀ ਉਹਨਾਂ ਨੂੰ ਪਤਾ ਲੱਗਾ ਕਿ ਜਿਸ ਪਹਾੜ 'ਤੇ ਅਸੀਂ ਰਹਿ ਰਹੇ ਹਾਂ, ਇਸ ਪਹਾੜ ਤੋਂ ਪਰਲੇ ਪਹਾੜ 'ਤੇ ਇੱਕ ਸਾਧੂ ਹੈ, ਉਹ ਮੂੰਹ ਵਿੱਚੋਂ ਅੱਗ ਕੱਢਦਾ ਹੈ। ਤਾਂ ਉਹਨਾਂ ਦੇ ਮਨ ਵਿੱਚ ਬੜੀ ਉਤਸੁਕਤਾ ਆਈ ਵੀ ਦੇਖਣਾ ਚਾਹੀਦਾ ਹੈ। ਉਹਨਾਂ ਨੇ ਆਪਣੇ ਗੁਰੂ ਕੋਲ ਬੇਨਤੀ ਕੀਤੀ ਵੀ ਇੱਦਾਂ ਪਤਾ ਲੱਗਾ ਵੀ ਪਰਲੀ ਪਹਾੜੀ 'ਤੇ ਇੱਕ ਸਾਧੂ ਰਹਿੰਦਾ ਹੈ, ਉਹ ਮੂੰਹ ਵਿੱਚੋਂ ਅੱਗ ਕੱਢਦਾ ਹੈ। ਤੇ ਉਹ ਜਿਹੜੇ ਮਹਾਂਪੁਰਸ਼ ਸੀ, ਉਹ ਬੰਦਗੀ ਵਾਲੇ ਸਨ। ਉਹ ਬਿਲਕੁਲ ਸਾਦੇ ਜਿਹੇ ਬਣ ਕੇ ਰਹਿੰਦੇ ਸੀ। ਕਹਿੰਦੇ ਦੇਖਣਾ ਚਾਹੁੰਦੇ ਹੋ? ਚਲੋ ਮੈਂ ਵੀ ਦੇਖਾਂਗਾ ਉਸ ਨੂੰ। ਚਲੇ ਗਏ। ਹੁਣ ਬੱਚੇ ਸੀ, ਇਹਨਾਂ ਦੇ ਮਨ ਵਿੱਚ ਆਇਆ ਸਾਡਾ ਗੁਰੂ ਜਿਸ ਨੂੰ ਵੇਖਣ ਜਾ ਰਿਹਾ, ਲੱਗਦਾ ਉਹ ਸਾਧੂ ਸਾਡੇ ਗੁਰੂ ਤੋਂ ਵੱਡਾ ਹੈ। ਜਦੋਂ ਚਲੇ ਗਏ, ਉਸ ਸਾਧੂ ਨੇ ਜਿਹੜਾ ਮੂੰਹ ਵਿੱਚੋਂ ਅੱਗ ਕੱਢਦਾ ਸੀ, ਸਵਾਮੀ ਰਾਮ ਜੀ ਜਿਹੜਾ ਗੁਰੂ ਨੇ, ਇਹਨਾਂ ਨੂੰ ਉੱਠ ਕੇ ਮੱਥਾ ਟੇਕਿਆ। ਬੱਚੇ ਸੀ, ਫਿਰ ਮਨ ਵਿੱਚ ਆ ਗਿਆ ਲੱਗਦਾ ਸਾਡਾ ਹੀ ਵੱਡਾ ਹੈ, ਸਾਡਾ ਗੁਰੂ ਹੀ ਵੱਡਾ ਹੈ। ਜੋ ਇਸ ਸਾਧੂ ਨੇ ਉੱਠ ਕੇ ਨਮਸਕਾਰ ਕੀਤੀ ਹੈ, ਬੈਠ ਗਏ ਤੇ ਵਾਰਤਾਲਾਪ ਹੋਈ। ਸਵਾਮੀ ਰਾਮ ਜੀ ਕਹਿੰਦੇ ਮੇਰੇ ਗੁਰੂ ਨੇ ਪੁੱਛਿਆ ਵੀ ਪਤਾ ਲੱਗਿਆ ਤੁਸੀਂ ਮੂੰਹ ਵਿੱਚੋਂ ਅੱਗ ਕੱਢ ਲੈਂਦੇ ਹੋ, ਇਹ ਬੱਚੇ ਦੇਖਣਾ ਚਾਹੁੰਦੇ ਸੀ। ਉਹਨੇ ਕਹਿੰਦੇ ਹਾਂ ਮੈਂ ਇਹ ਸਾਧਨਾ ਕੀਤੀ ਹੈ ਔਰ ਅੱਗ ਵੀ ਕੱਢ ਕੇ ਵਿਖਾਈ ਮੂੰਹ ਦੇ ਵਿੱਚੋਂ। ਬੱਚਿਆਂ ਦੇ ਮਨ 'ਤੇ ਬੜਾ ਇਸ ਚੀਜ਼ ਦਾ ਅਸਰ ਹੁੰਦਾ, ਬੜੇ ਹੈਰਾਨ ਹੋਏ। ਤਾਂ ਉਹ ਮਹਾਂਪੁਰਖ ਜਿਹੜੇ ਸਵਾਮੀ ਰਾਮ ਜੀ ਦੇ ਗੁਰੂ ਸੀ, ਉਹ ਕਹਿੰਦੇ ਵੀ ਤੁਹਾਨੂੰ ਕਿੰਨਾ ਸਮਾਂ ਲੱਗਾ ਹੈ ਇਹ ਸਿੱਖਣ ਵਿੱਚ, ਕਰਨ ਵਿੱਚ। ਸਾਡਾ ਇਹ ਸਰੀਰ, ਇਹਦੇ ਵਿੱਚ ਬੜਾ ਕੁਝ ਰੱਬ ਨੇ ਪਾਇਆ ਹੈ, ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਪਰ ਉਸ ਤਰ੍ਹਾਂ ਦੀ ਉਹ ਸਾਧਨਾ ਕਰਨੀ ਪੈਂਦੀ ਹੈ। ਤਾਂ ਉਹ ਕਹਿੰਦਾ ਮੈਨੂੰ 21 ਸਾਲ ਲੱਗੇ ਨੇ ਮੂੰਹ ਦੇ ਵਿੱਚੋਂ ਅੱਗ ਕੱਢਣ ਵਾਲੀ ਇਹ ਵਿਦਿਆ, ਇਹ ਸਾਰਾ ਕੁਝ ਸਾਧਨਾ ਕਰਨ ਵਿੱਚ। ਤਾਂ ਮਹਾਂਪੁਰਸ਼ ਉਹ ਕਹਿਣ ਲੱਗੇ ਜਿਹੜਾ ਕੰਮ ਇੱਕ ਚੰਗਿਆੜੀ ਕਰ ਸਕਦੀ ਹੈ, ਤੂੰ 21 ਸਾਲ ਆਪਣੇ ਇਹਦੇ 'ਤੇ ਬਰਬਾਦ ਕਰ ਦਿੱਤੇ। ਅੱਗ ਲਾਉਣਾ ਇਹ ਕਿਹੜਾ ਕੋਈ ਵੱਡੀ ਗੱਲ ਹੈ? ਅੱਗ ਕੱਢਣੀ ਇਹ ਕੋਈ ਵੱਡੀ ਗੱਲ ਹੈ? ਇਹ ਤਾਂ ਇੱਕ ਮਾਚਿਸ ਦੀ ਤਿੱਲੀ ਵੀ ਕਰ ਦਿੰਦੀ ਹੈ। ਅੱਗ ਲਾਉਣਾ ਇਹ ਤਾਂ ਕੰਮ ਕੋਈ ਵੱਡਾ ਨਹੀਂ ਹੈ। ਜੇਕਰ ਕਿਤੇ ਤੂੰ 21 ਸਾਲ ਰੱਬ ਦੀ ਬੰਦਗੀ ਕੀਤੀ ਹੁੰਦੀ, ਨਾਮ ਜਪਿਆ ਹੁੰਦਾ, ਤੇਰੇ ਆਪਣੇ ਅੰਦਰ ਵੀ ਠੰਡ ਵਰਤਦੀ, ਸੰਸਾਰ ਨੂੰ ਵੀ ਠੰਡਾ ਕਰਦਾ। ਇਸ ਤਰ੍ਹਾਂ ਦੇ ਸਾਧਨਾ ਕਰਨ ਵਾਲੇ ਇਸ ਗੱਲ ਦੇ ਹੰਕਾਰ ਵਿੱਚ ਰਹਿੰਦੇ ਨੇ ਅਸੀਂ ਇਹ ਕੁਝ ਕਰ ਲੈਂਦੇ ਹਾਂ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੇ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀਆਂ ਵਾਰਾਂ ਦੇ ਵਿੱਚ ਕਿ ਸਿੱਧਾ ਨੇ ਬੜੀਆਂ ਕਰਾਮਾਤਾਂ ਵਿਖਾਈਆਂ, ਕਿਤੇ ਅੱਗ ਅਸਮਾਨ ਵਿੱਚੋਂ, ਕਿਤੇ ਤਾਰੇ ਤੋੜੇ, ਕਿਤੇ ਕੋਈ ਮਿਰਗ ਦੀ ਖਲ 'ਤੇ ਬਹਿ ਕੇ ਉੱਡ ਰਿਹਾ ਅਸਮਾਨ ਦੇ ਵਿੱਚ, ਕਿਤੇ ਕੁਝ ਤਾਰੇ ਤੋੜੇ। ਭੰਗਰਨਾਥ ਨੇ ਤਾਰੇ ਤੋੜ ਕੇ ਵਿਖਾਤੇ, ਬੜਾ ਕੁਝ ਦਿਖਾਇਆ ਉਹਨਾਂ ਨੇ। ਸਤਿਗੁਰੂ ਜੀ ਕਹਿੰਦੇ ਇਹ ਕੀ ਕਰ ਰਹੇ ਹੋ ਤੁਸੀਂ? ਇਹਦੇ ਨਾਲ ਸੰਸਾਰ ਨੂੰ ਕੀ ਲਾਭ ਹੈ?
इन्हां चीज़ां नूं प्राप्त करके तुसीं होर हंकारी हो गए हो। जिहदे वास्ते जीवन मिलिया सी वो काम कीता नहीं है। हंकार आ गया, मैं ये कुछ कर लैंदा हाँ, मैं ये कुछ कर लैंदा हाँ। महाराज कहते शब्द मरै फिर ना मरै तां सेवा पवै सब थाएं। शब्द द्वारा अपने आप नूं मारना सी, शक्ति होवे पर उस शक्ति का इजहार ना किया जावे। ये मार्ग महाराज जी ने सानू दिता है। सतगुरु जी का आपां जदों जीवन पढ़ते हैं, सारे गुरु साहबाना ने बड़ी बख्शिश की है। इतिहास में जिक्र आउंदा है, गुरु अमरदास महाराज जी नूं एक फकीर मिलने वास्ते आ गया ते सतगुरु जी दे जिहड़े हजूरी सिख उन्हां दी सेवा विच हाज़र रहिंदा सी भाई बल्लू, उहदा जिक्र आउंदा है। फकीर मिलन आया ते भाई बल्लू जी अगे खड़े हान, पुछया गुरु अमरदास जी नूं मिलना। कहंदे इस समय वो बाणी पढ़ रहे ने। फकीर बड़ा हैरान होया, कहन लगा बई हस पिया, मुस्कुरा पिया मश्करी जी दे नाल भी अजे गुरु बन के भी बाणी पढ़ी जाते हैं। तां जदों सतगुरु जी ने अपना नेम निभाया, उस फकीर नाल भेंट होई ते उन्हें सवाल किया सी, तुसीं तां गुरु पदवी ते विराजमान हो, तुहानूं बाणी पढ़न की की लोड़ है। सतगुरु जी कहते जदों आपां पहाड़ नूं खोजीए, पहाड़ की एक नुक्कर तो आपां नूं कुछ मिल जावे तो फिर की करना चाहिए? उस सारे पहाड़ नूं ही खोजना चाहिए है। जितों आपां नूं थोड़ी जी कोई चीज़ मिले उतों उस चीज़ नूं आपां नूं होर खोजना चाहिए है भी इहदे विच होर की कुछ पिया होया है। महाराज कहते भाई ये जिहड़ी बाणी है, इस बाणी नूं पढ़ के असीं इस पदवी ते आए हाँ। ते बाणी तां अनंत है, इहदे विच पता नहीं की कुछ पिया। रतना रतन पदारथ बहु सागर भरिया राम, बाणी गुरबाणी लागे तिन हथ चढ़िया राम। गुरु अर्जन देव जी कहते हम तनवंत भागट सच नाए, हर गुण गावै सहज सुभाए। प्यू दादे का खोल डिठा खजाना, ता मेरा मन प्यार निधाना। रतन लाल जाका कछु ना मोल, भरे भंडार अखूट अतोल। खावै खर्चै रल मिल भाई, तोट ना आवै बद दो जाई। कहो नानक जो मस्तक लेख लिखाए, सो एत खजाना लिया रलाए। कि किसी भी पदवी ते पहुँच के हंकार नहीं करना भी मैनू हुण बाणी पढ़न की लोड़ नहीं, मेरे तो रोम रोम चल गया, मैनू की लोड़ है। सतगुरु ने सानू ये सिक्ख्या दी है। आप वो वेखो परमेश्वर रूप हो गए हैं, परमेश्वर रूप हैं, पर उन्होंने कदे ये जनाया नहीं। वो नेम करते हैं उस तरह ही। सारे गुरु साहबाना का तुसीं जीवन पढ़ो, महाराज बाणी पढ़ते ने, आप नेम करते हैं। उन्होंने तो लोड़ ही नहीं है क्योंकि वो तो आप बाणी के रचनहार हैं। वो सानू सिक्ख्या देने वास्ते हंकार तो बचना है। किसी भी पदवी ते सिख पहुँच जावे, सदा सिख बन के रहना है। महाराज कहते शब्द द्वारा मरना है, अपने हंकार नूं मारना है। शब्द मरै फिर ना मरै। जिहड़ा शब्द द्वारा मर गया उहदा फिर मरना नहीं हुंदा। भाव वो आत्मक मौत नहीं मरदा, विकारां तो नहीं हारदा। तां सेवा पवै सब थाएं, उहदी घालना थाएं पै जांदी है। नहीं तो बाणी पढ़ के भी हंकार आ जाता है, कथा करके भी हंकार आ जाता है। मैं तो इन्ने समय तो कथा कर रहा हाँ, मैं इन्ने समय तो कीर्तन कर रहा हाँ, मैनू तो इन्ना समा हो गया इत्थे सेवा निभाउंदे आ। हंकार आ जाता आपां नूं निक्की निक्की गल दा। महाराज कहंदे अपने आप नूं मार लै बिल्कुल, तां ये घालना थाएं पैंदी है। पारस परसै पारस होवै, सच रह लिव लाए। गुर पारस हम लो मिल कंचन होया राम। गुरु नूं मिल के गुरु दा रूप ही हो जाता है। जदों
ਉਹਦੇ ਵਿੱਚ ਲਿਵ ਲਾ ਲੈਂਦਾ ਸਿੱਖ। ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੈ ਪ੍ਰਭ ਆਏ। ਮਹਾਰਾਜ ਕਹਿੰਦੇ ਜਿਹਦੇ ਪੂਰਬਲੇ ਚੰਗੇ ਕਰਮ ਹਨ ਉਹਨੂੰ ਸਤਿਗੁਰੂ ਮਿਲਦਾ ਹੈ ਤੇ ਸਤਿਗੁਰੂ ਦੁਆਰਾ ਉਹਨੂੰ ਪ੍ਰਭੂ ਵੀ ਮਿਲ ਜਾਂਦਾ ਹੈ। ਜਿਹਨੂੰ ਸਤਿਗੁਰੂ ਮਿਲ ਗਿਆ ਸਮਝ ਲਓ ਉਹਨੂੰ ਰੱਬ ਵੀ ਮਿਲ ਗਿਆ। ਪਰ ਇਹ ਪੂਰਬਲੇ ਕਰਮਾਂ ਨਾਲ ਮਿਲਦਾ ਹੈ। ਪੂਰਬਲੇ ਕਰਮ ਆਪਾਂ ਕਈ ਵਾਰ ਸਾਂਝ ਪਾਈ ਹੈ। ਪੂਰਬਲੇ ਕਰਮ ਕਿਹਨਾਂ ਨੂੰ ਆਖਿਆ ਗਿਆ? ਪੂਰਬਲੇ ਕਰਮ ਇੱਕ ਤਾਂ ਸਾਡਾ ਜਿਹੜਾ ਜਨਮ ਪਿਛਲੇ ਹਨ, ਇੱਕ ਪੂਰਬਲੇ ਕਰਮ ਜਿਵੇਂ ਆਪਾਂ ਹੁਣ ਇਸ ਸਮੇਂ ਵਰਤਮਾਨ ਵਿੱਚ ਚੱਲ ਰਹੇ ਹਾਂ, ਜਿਹੜਾ ਸਮਾਂ ਸਾਡਾ ਪਿੱਛੇ ਬਤੀਤ ਹੋ ਚੁੱਕਿਆ ਹੈ। ਜੇਕਰ ਆਪਾਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਉਹ ਸਮਾਂ ਬਤੀਤ ਕੀਤਾ ਹੈ, ਉਹ ਸਾਡੇ ਚੰਗੇ ਕਰਮ ਬਣ ਗਏ। ਉਹੀ ਪੂਰਬਲੇ ਕਰਮ ਬਣ ਕੇ ਸਾਨੂੰ ਅੱਗੇ ਆ ਕੇ ਲਾਭ ਦੇਣਗੇ। ਜੋ ਆਪਾਂ ਅੱਜ ਅਭਿਆਸ ਕਰਦੇ ਹਾਂ, ਮਨੁੱਖ ਜੋ ਵੀ ਕੋਈ ਕਲਾ ਸਿੱਖਦਾ ਹੈ ਉਹ ਅਭਿਆਸ ਕਰਦਾ ਹੈ ਨਾ ਰੋਜ਼ ਰੋਜ਼, ਉਹੀ ਕੀਤਾ ਹੋਇਆ ਉਹਦਾ ਅਭਿਆਸ ਕਰਮ ਅੱਗੇ ਆ ਕੇ ਉਹਨੂੰ ਲਾਭ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਰੋਜ਼ ਰੋਜ਼ ਸੇਵਾ ਕਰਾਂਗੇ, ਬਾਣੀ ਪੜਾਂਗੇ, ਸਾਡੀ ਸੁਰਤ ਅੰਦਰੋਂ ਗੁਰੂ ਨਾਲ ਮਿਲ ਪਵੇਗੀ। ਜਦੋਂ ਸੁਰਤ ਸ਼ਬਦ ਨਾਲ ਮਿਲ ਗਈ, ਗੁਰੂ ਨਾਲ ਮਿਲ ਗਈ, ਫਿਰ ਰੱਬ ਵੀ ਮਿਲ ਜਾਵੇਗਾ। ਸੁਰਤ ਦੀ ਬਹੁਤ ਵੱਡੀ ਖੇਡ ਹੈ। ਕੱਲ੍ਹ ਵੀ ਆਪਾਂ ਸਾਂਝ ਪਾਈ ਸੀ, ਸੁਰਤ ਕਰਕੇ ਆਪਾਂ ਹੁਣੇ ਹਰਿਮੰਦਰ ਸਾਹਿਬ ਵੀ ਜਾ ਸਕਦੇ ਹਾਂ। ਸੁਰਤ ਕਰਕੇ ਆਪਾਂ ਪਟਨਾ ਸਾਹਿਬ ਵੀ ਜਾ ਸਕਦੇ ਹਾਂ। ਸੁਰਤ ਦੀ ਬਹੁਤ ਵੱਡੀ ਖੇਡ ਹੈ। ਜਦੋਂ ਆਪਾਂ ਸ਼ਬਦ ਦਾ ਅਭਿਆਸ ਕੀਤਾ, ਇਹ ਸ਼ਬਦ ਸਾਡੀ ਸੁਰਤ ਨੂੰ ਨਿਰੰਕਾਰ ਤੱਕ ਲੈ ਜਾਵੇਗਾ। ਤਾਂ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਗਣਤੈ ਸੇਵਕ ਨਾ ਮਿਲੈ, ਜਿਸ ਬਖਸ਼ੇ ਸੋ ਪਵੈ ਥਾਏ। ਗਿਣਤੀ ਨਾਲ ਕੋਈ ਵੀ ਸੇਵਕ ਰੱਬ ਨੂੰ ਨਹੀਂ ਮਿਲਿਆ, ਗੁਰੂ ਨੂੰ ਨਹੀਂ ਮਿਲਿਆ। ਹਾਂ, ਜਿਹੜਾ ਸੇਵਾ ਕਰੀ ਜਾਵੇ ਫਿਰ ਉਹਨੂੰ ਗੁਰੂ ਬਖਸ਼ ਲੈਂਦਾ ਹੈ। ਉਹਦੀ ਘਾਲਣਾ ਥਾਂ ਪੈ ਜਾਂਦੀ ਹੈ, ਉਹ ਗੁਰੂ ਵਿੱਚ ਲੀਨ ਹੋ ਜਾਂਦਾ ਹੈ। ਜੇਕਰ ਗਿਣਤੀ ਕਰਨ ਲੱਗ ਪਏ, ਮੈਨੂੰ ਇੰਨਾ ਸਮਾਂ ਸੇਵਾ ਹੋ ਗਈ ਆ ਕਰਦਿਆਂ, ਮੈਂ ਤੇ ਇੰਨੀਆਂ ਬਾਣੀਆਂ ਦਾ ਨਿਤਨੇਮ ਕਰਦਾ ਹਾਂ, ਫਿਰ ਗੱਲ ਨਹੀਂ ਬਣਦੀ, ਫਿਰ ਉਹ ਬਖਸ਼ਿਸ਼ ਨਹੀਂ ਹੁੰਦੀ। ਮਹੱਲਾ ਤੀਜਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਦੂਸਰਾ ਸ਼ਲੋਕ। ਮੈਲ ਕੁਮੈਲ ਨਾ ਜਾਣਨੀ, ਮੂਰਖ ਆਪਣੇ ਸੁਆਏ। ਜਿਹੜਾ ਮਨਮੁਖ ਹੈ ਉਹਨੂੰ ਥਾਂ ਕੁਥਾਂ ਦਾ ਪਤਾ ਨਹੀਂ ਹੁੰਦਾ ਵੀ ਮੇਰੇ ਵਾਸਤੇ ਚੰਗੀ ਥਾਂ ਕਿਹੜੀ ਹੈ ਤੇ ਮਾੜੀ ਥਾਂ ਕਿਹੜੀ ਹੈ। ਗੁਰਮੁਖ ਨੂੰ ਸੋਝੀ ਹੁੰਦੀ ਹੈ। ਗੁਰਮੁਖ ਗੁਰੂ ਦੇ ਕੋਲ ਚੱਲ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਤੋਂ ਬਿਨਾਂ ਮੇਰਾ ਭਲਾ ਨਹੀਂ ਹੋ ਸਕਦਾ। ਮਨਮੁਖ ਕਿੱਥੇ ਜਾਂਦਾ ਹੈ? ਉਹ ਮਾੜੀਆਂ ਥਾਵਾਂ 'ਤੇ ਜਾਂਦਾ ਹੈ। ਮੈਲ ਕੁਮੈਲ ਨਾ ਜਾਣਨੀ, ਮੂਰਖ ਆਪਣੇ ਸੁਆਏ। ਵਾਹ, ਮਨਮੁਖ ਜਾਂਦਾ ਹੈ ਮੜੀਆਂ ਮੱਟੀਆਂ ਨੂੰ ਪੂਜਣ। ਇਸ ਤਰ੍ਹਾਂ ਦੇ ਤਾਂਤਰਿਕ ਲੋਕਾਂ ਦੇ ਕੋਲ ਚੰਗੀ ਥਾਂ ਨਹੀਂ ਹੈ। ਉਹਨੂੰ ਪਤਾ ਹੀ ਨਹੀਂ ਚੰਗੀ ਥਾਂ ਕਿਹੜੀ ਹੈ। ਜਿਹਨੂੰ ਚੰਗੀ ਥਾਂ ਪਤਾ ਲੱਗ ਗਿਆ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਹੀ ਭਲਾ ਹੋਣਾ ਹੈ, ਇਹ ਤਾਂਤਰਿਕ, ਇਹ ਜੋਤਸ਼ੀ ਲੋਕ ਇਹ ਕੁਝ ਨਹੀਂ ਕਿਸੇ ਨੂੰ ਦੇ ਸਕਦੇ। ਕਿਉਂਕਿ ਜੇ ਇੰਨੇ ਹੀ ਇਹ ਹੋਣ ਤੇ ਇਹਨਾਂ ਨੂੰ ਫਿਰ ਇੰਨੀਆਂ ਐਡਾਂ ਦੇਣ ਦੀ ਕੀ ਲੋੜ ਹੈ, ਮਸ਼ਹੂਰੀਆਂ ਕਰਨ ਦੀ ਕੀ ਲੋੜ ਹੈ। ਸਾਡੇ ਕੋਲ ਚੱਲ ਕੇ ਆਓ, ਲੋਕੀ ਆਪਣੇ ਆਪ ਹੀ ਚੱਲ ਕੇ ਆ ਜਾਣ। ਆਪਣੇ ਆਪ ਦਾ ਤਾਂ ਪਤਾ ਨਹੀਂ ਹੁੰਦਾ, ਲੋਕਾਂ ਦੀ ਕਿਸਮਤ ਦਾ ਦਾਅਵਾ ਕਰਦੇ ਨੇ। ਮਨਮੁਖ ਇਹਨਾਂ ਦੇ ਜੰਜਾਲ ਵਿੱਚ ਫਸਿਆ ਰਹਿੰਦਾ ਹੈ ਆਪਣੇ ਸਵਾਰਥ ਕਰਕੇ। ਮੈਲ ਕੁਮੈਲ ਨਾ ਜਾਣਨੀ, ਮੂਰਖ ਆਪਣੇ ਸੁਆਏ। ਆਪਣੇ ਸਵਾਰਥ ਕਰਕੇ ਇਹਨਾਂ ਕੋਲ ਜਾਂਦਾ ਹੈ, ਇਹਨਾਂ ਦੇ ਜਾਲ ਵਿੱਚ ਫਸ ਜਾਂਦਾ ਹੈ। ਸ਼ਬਦ ਚੀਨੇ ਤਾਂ ਮੈਲ ਲਹੇ, ਜੋਤੀ ਜੋ ਸਮਾਏ। ਜੇਕਰ ਇਹ ਜੀਵ ਸ਼ਬਦ ਨਾਲ ਜੁੜ ਜਾਵੇ ਤਾਂ ਮਹਿਲ ਸਰੂਪ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਇਹਦੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਏ। ਸਦਾ ਸੱਚੇ ਕਾ ਭੋ ਮਨ ਵਸੈ, ਤਾਂ ਸਭਾ ਸੋਜੀ ਪਾਏ। ਸਦਾ ਜੇਕਰ ਇਹਦੇ ਮਨ ਵਿੱਚ ਸੱਚੇ ਵਾਹਿਗੁਰੂ ਦਾ ਡਰ ਆ ਜਾਵੇ, ਅਦਬ ਆ ਜਾਵੇ, ਸਤਿਕਾਰ ਆ ਜਾਵੇ। ਜਦੋਂ ਆਪਣੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਆ ਗਿਆ, ਆਪਾਂ ਕਿਸੇ ਦੇਹ ਧਾਰੀ ਨੂੰ ਮੱਥਾ ਨਹੀਂ ਟੇਕਾਂਗੇ, ਕਿਸੇ ਮੜੀ ਮੱਟੀ ਨੂੰ ਨਹੀਂ ਮੱਥਾ ਟੇਕਾਂਗੇ, ਕਿਸੇ ਧਾਗੇ ਤਵੀਤ ਨੂੰ ਗਲ ਵਿੱਚ ਨਹੀਂ ਪਾਵਾਂਗੇ। ਇਹ ਵੀ ਸਤਿਗੁਰੂ ਦਾ ਅਦਬ ਹੈ। ਪਰ ਜਦੋਂ
ਆਪਾਂ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਹਾਂ, ਮੜੀਆਂ ਮੱਟੀਆਂ ਨੂੰ ਵੀ ਮੱਥਾ ਟੇਕੀ ਜਾਂਦੀਆਂ, ਇਹ ਵੀ ਸਤਿਗੁਰੂ ਦਾ ਇੱਕ ਤਿਰਸਕਾਰ ਹੈ। ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਮਾਰਗ ਤੇ ਚੱਲੇ ਉਹ ਗੁਰੂ ਦੇ ਸੱਚੇ ਦੇ ਭਉ ਵਿੱਚ ਆ ਜਾਂਦੇ ਨੇ, ਅਦਬ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਸਭ ਤਰ੍ਹਾਂ ਫਿਰ ਸੋਝੀ ਹੋ ਜਾਂਦੀ ਹੈ। ਜਦੋਂ ਆਪਾਂ ਜਿਵੇਂ ਜਿਵੇਂ ਗੁਰੂ ਦਾ ਅਦਬ ਕਰਾਂਗੇ, ਸਤਿਕਾਰ ਕਰਾਂਗੇ, ਸਾਨੂੰ ਅੰਦਰੋਂ ਸੋਝੀ ਆਉਣ ਲੱਗ ਜਾਂਦੀ। ਸਤਿਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ। ਸਤਿਗੁਰੂ ਆਪਣੇ ਘਰ ਵਿੱਚ ਆਪਣੇ ਸਰੂਪ ਵਿੱਚ ਵਰਤਦਾ ਹੈ, ਭਾਵ ਸਦਾ ਬ੍ਰਹਮ ਵਿੱਚ ਲੀਨ ਹੈ ਸਤਿਗੁਰੂ, ਔਰ ਆਪ ਹੀ ਫਿਰ ਆਪਣੇ ਸੇਵਕਾਂ ਨੂੰ ਰੱਬ ਵਿੱਚ ਮਿਲਾ ਲੈਂਦਾ। ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸਨੂੰ ਕਿਰਪਾ ਕਰੇ ਰਜਾਏ। ਸਤਿਗੁਰੂ ਨੂੰ ਜਦੋਂ ਮਿਲ ਪਿਆ ਅੰਦਰੋਂ ਸਿੱਖ, ਇਹਨੂੰ ਪੂਰੀ ਸਫਲਤਾ ਮਿਲ ਗਈ, ਜੀਵਨ ਕਾਮਯਾਬ ਹੋ ਗਿਆ, ਇਹਦੀ ਸਭ ਤਰ੍ਹਾਂ ਕਰਕੇ ਪੂਰੀ ਪੈ ਗਈ, ਸਾਰੇ ਕਾਰਜ ਰਾਸ ਹੋਏ। ਪੌੜੀ ਧਨ ਧਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਮੁਖ ਕਹਤੇ ਆ। ਮਹਾਰਾਜ ਕਹਿੰਦੇ ਉਹਨਾਂ ਭਗਤਾਂ ਦੇ ਵੱਡੇ ਭਾਗ ਹਨ, ਧਨ ਭਾਗ ਹਨ, ਜੋ ਰਸਨਾ ਨਾਲ ਵਾਹਿਗੁਰੂ 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 ਜਪਦੇ ਹਨ। ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤੇ ਆ। ਉਹਨਾਂ ਦੇ ਧਨ ਭਾਗ ਹਨ, ਧਨ ਭਾਗ ਹਨ ਸੰਤਾਂ ਦੇ ਜੋ ਵਾਹਿਗੁਰੂ ਦੇ ਜਸ ਨੂੰ ਕੰਨਾਂ ਨਾਲ ਸੁਣਦੇ ਹਨ। ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਉਹਨਾਂ ਸਾਧੂਆਂ ਦੇ ਵੱਡੇ ਭਾਗ ਧਨ ਭਾਗ ਹਨ ਜੋ ਵਾਹਿਗੁਰੂ ਦਾ ਕੀਰਤਨ ਕਰਕੇ ਗੁਣੀ ਬਣ ਜਾਂਦੇ ਹਨ, ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ। ਧਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆ। ਉਹਨਾਂ ਗੁਰਸਿੱਖਾਂ ਦੇ ਧਨ ਭਾਗ ਜੋ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ। ਰੂਹਾਨੀਅਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਾਰ ਹੈ ਉਹ ਹੈ ਮਨ ਨੂੰ ਜਿੱਤਣਾ। ਮਹਾਰਾਜ ਜਪਜੀ ਸਾਹਿਬ 'ਚ ਕਹਿੰਦੇ ਨੇ ਮਨ ਜੀਤੇ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਜਗ ਨੂੰ, ਸੰਸਾਰ ਨੂੰ ਜਿੱਤ ਲਿਆ। ਗੁਰਸਿੱਖ ਉਹਨਾਂ ਦੇ ਧਨ ਭਾਗ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤਿਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਤੇ ਆ। ਸਭ ਨਾਲੋਂ ਵੱਡੇ ਭਾਗ ਨੇ ਗੁਰਸਿੱਖਾਂ ਦੇ ਜਿਹੜੇ ਤਨ ਮਨ ਧਨ ਕਰਕੇ ਗੁਰੂ ਦੀ ਚਰਨੀ ਪੈ ਗਏ ਹਨ, ਗੁਰੂ ਦੇ ਚਰਨਾਂ ਨਾਲ ਜੁੜੇ ਹਨ। ਸ਼ਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਬ੍ਰਹਮ ਬਿੰਦੈ ਤੇਦਾ ਬ੍ਰਹਮ ਤਰੈ ਏਕ ਸ਼ਬਦ ਲਿਵ ਲਾਏ। ਜੋ ਬ੍ਰਹਮ ਨੂੰ ਜਾਣ ਲੈਂਦਾ ਹੈ ਉਹਦਾ ਬ੍ਰਹਮਪੁਣਾ ਕਾਇਮ ਰਹਿੰਦਾ ਹੈ। ਭਾਵ ਕਿ ਮਨੁੱਖ ਆਪਾਂ ਵੇਖਦੇ ਹਾਂ ਕੋਈ ਆਪਣੇ ਆਪ ਨੂੰ ਸੰਤ ਅਖਵਾਏ, ਪਰ ਸੰਤ ਉਹ ਤਾਂ ਹੀ ਹੈ ਜੇਕਰ ਉਹਦੀ ਇਹ ਅਵਸਥਾ ਬਣ ਗਈ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸਰੀਰ ਸੰਤ ਨਹੀਂ ਹੈ, ਬਾਣਾ ਸੰਤ ਨਹੀਂ ਹੈ। ਸੰਤ ਕੌਣ ਹੈ? ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ ਹੈ। ਜਿਵੇਂ ਡਾਕਟਰ ਕੌਣ ਹੈ? ਡਾਕਟਰ ਕੋਈ ਸਰੀਰ ਨਹੀਂ ਹੈ, ਡਾਕਟਰ ਕੋਈ ਵਰਦੀ ਨਹੀਂ ਹੈ। ਡਾਕਟਰ ਉਹ ਹੈ ਜਿਹਨੂੰ ਡਾਕਟਰ ਵਾਲੀ ਕਲਾ ਆ ਗਈ ਹੈ। ਜਿਹੜਾ ਡਾਕਟਰਾਂ ਵਾਲਾ ਜਿਹਨੂੰ ਸਾਰਾ ਗਿਆਨ ਹੋ ਗਿਆ ਹੈ ਉਹ ਡਾਕਟਰ ਹੈ। ਸਰੀਰ ਨੂੰ ਡਾਕਟਰ ਨਹੀਂ ਆਖਿਆ ਜਾ ਸਕਦਾ। ਇਸੇ ਤਰ੍ਹਾਂ ਸਰੀਰ ਨੂੰ ਸੰਤ ਵੀ ਨਹੀਂ ਆਖਿਆ ਜਾ ਸਕਦਾ। ਕੋਈ ਟੀਚਰ ਹੈ, ਉਹ ਟੀਚਰ ਤਾਂ ਹੈ ਜੇਕਰ ਉਹਨੂੰ ਬੱਚਿਆਂ ਨੂੰ ਪੜ੍ਹਾਉਣਾ ਆਉਂਦਾ ਹੈ, ਜੇਕਰ ਉਹਦੇ ਕੋਲ ਵਿੱਦਿਆ ਦੀ ਕਲਾ ਹੈ। ਕੋਈ ਬਾਹਰੋਂ ਵਰਦੀ ਪਾ ਕੇ ਕੋਈ ਵੀ ਕਿਸੇ ਰੁਤਬੇ ਦਾ ਦਾਅਵਾ ਨਹੀਂ ਕਰ ਸਕਦਾ। ਉਹ ਰੁਤਬੇ ਦਾ ਦਾਅਵਾ ਤਾਂ ਕਰ ਸਕਦਾ ਜੇਕਰ ਉਹਦੇ ਵਿੱਚ ਉਹ ਕਲਾ ਹੋਵੇ, ਉਹ ਗੁਣ ਹੋਵੇ। ਇਸੇ ਤਰ੍ਹਾਂ ਪਰ ਆਪਾਂ ਵੇਖਦੇ ਹਾਂ ਕਿ ਲੋਕ ਬਾਣੇ ਨੂੰ ਸੰਤ ਕਹਿੰਦੇ ਨੇ, ਜਾਂ ਜਿੰਨੀ ਕੋਈ ਵੱਡੀ ਗੱਡੀ ਤੇ ਪ੍ਰਚਾਰਕ ਆਵੇ ਆਪਾਂ ਕਹਿੰਦੇ ਓਡਾ ਵੱਡਾ ਕਥਾਵਾਚਕ ਹੈ। ਕਿਉਂਕਿ ਸਾਡਾ ਇੱਕ ਲੇਬਲ ਬਣਾਤਾ ਵੀ ਜਿਹੜਾ ਬੰਦਾ ਇਸ ਤਰ੍ਹਾਂ ਦਾ
ਜਿਹਨੇ ਬਾਣਾ ਪਾਇਆ ਹੋਵੇ, ਇਸ ਤਰ੍ਹਾਂ ਦਾ ਜਿਹਦਾ ਸੁਭਾਅ ਹੋਵੇ, ਇਸ ਤਰ੍ਹਾਂ ਦਾ ਜਿਹਦੇ ਕੋਲ ਗੱਲਾਂ ਹੋਣ, ਉਹ ਸੰਤ ਹੈ। ਮਹਾਰਾਜ ਕਹਿੰਦੇ ਭਾਈ ਨਹੀਂ, ਸੰਤ ਕਿਸੇ ਦਾ ਇਸ ਤਰ੍ਹਾਂ ਦਾ ਬਾਹਰਲਾ ਚੱਕਰ ਚੇਨ ਜਾਂ ਬੋਲਣ ਦਾ ਨਾਮ ਨਹੀਂ ਹੈ। ਸੰਤ ਉਹ ਹੈ ਜਿਹੜਾ ਨਾਮ ਨਾਲ ਜੁੜਿਆ ਹੈ। ਇਸੇ ਤਰ੍ਹਾਂ ਬ੍ਰਾਹਮਣ ਕੌਣ ਹੈ? ਜਿਹਨੇ ਬ੍ਰਹਮ ਨੂੰ ਜਾਣ ਲਿਆ। ਇੱਕ ਵਾਹਿਗੁਰੂ ਦੇ ਵਿੱਚ, ਇੱਕ ਸ਼ਬਦ ਦੇ ਵਿੱਚ ਲਿਵ ਲਾਈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ, 9 ਨਿਧਾਂ 18 ਸਿੱਧਾਂ ਉਹਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਭਾਵ ਉਹਦੀਆਂ ਦਾਸੀਆਂ ਹੋ ਜਾਂਦੀਆਂ ਨੇ, ਉਹਦੇ ਅਧੀਨ ਹੋ ਜਾਂਦੀਆਂ ਨੇ। ਬਿਨ ਸਤਿਗੁਰੂ ਨਾਉ ਨਾ ਪਾਈ ਹੈ, ਬੂਝੋ ਕਰ ਵਿਚਾਰ। ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ। ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਵਿਚਾਰ ਕਰਕੇ ਇਸ ਗੱਲ ਨੂੰ ਬੁੱਝ ਲਵੋ, ਸਮਝ ਲਵੋ। ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲੇਗਾ। ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ, ਤੇ ਸਤਿਗੁਰੂ ਮਿਲਦਾ ਹੈ ਚੰਗੇ ਕਰਮਾਂ ਨਾਲ। ਜਿਵੇਂ ਆਪ ਸੰਗਤਾਂ ਹੁਣ ਬੈਠੇ ਹੋ, ਚੰਗੇ ਕਰਮ ਹਨ। ਬੜੀ ਦੁਨੀਆ ਇਸ ਸਮੇਂ ਬਾਹਰ ਤੁਰੀ ਫਿਰਦੀ ਹੈ। ਚੰਗੇ ਕਰਮਾਂ ਦੀ ਨਿਸ਼ਾਨੀ ਸਾਨੂੰ ਸਤਿਗੁਰੂ ਜੀ ਦੇ ਕੋਲ ਬੈਠਣ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਸਮੇਂ ਨੂੰ ਸੰਭਾਲੀਏ, ਸਾਡੀ ਸੁਰ ਸ਼ਬਦ ਨਾਲ ਜੁੜ ਜਾਵੇ। ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਮਿਲਿਆ, ਜਦੋਂ ਸਿੱਖ ਦੀ ਸੁਰਤ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਈ, ਸੁਖ ਪਾਏ ਜੁਗ ਚਾਰ। ਜੁਗ ਚਾਰ ਦਾ ਭਾਵ ਹੈ ਸਦਾ ਵਾਸਤੇ ਉਹਨੂੰ ਸੁਖ ਮਿਲ ਗਿਆ, ਸਦੀ ਵੀ ਕਾਲ ਵਾਸਤੇ। ਮਹੱਲਾ ਤੀਜਾ। ਕਿਆ ਗਬਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਜਿਹੜਾ ਮਨਮੁਖ ਹੈ ਉਹ ਭਾਵੇਂ ਜਵਾਨੀ ਅਵਸਥਾ ਹੈ, ਭਾਵੇਂ ਉਹ ਬਜ਼ੁਰਗ ਹੈ, ਉਹਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ। ਨਾ ਉਹਦੀ ਜਵਾਨ ਅਵਸਥਾ ਵਿੱਚ ਤੇ ਨਾ ਬਜ਼ੁਰਗ ਅਵਸਥਾ ਵਿੱਚ। ਸਗੋਂ ਭਗਤ ਬੇਣੀ ਜੀ ਕਹਿੰਦੇ ਨੇ, ਬਜ਼ੁਰਗ ਹੋ ਗਿਆ ਮਨਮੁਖ ਬੰਦਾ, ਜਦੋਂ ਬਜ਼ੁਰਗ ਹੋ ਗਿਆ ਉਹਦੀ ਅਵਸਥਾ ਕੀ ਸੀ ਅੰਦਰ ਦੀ? ਪੁੰਡਰ ਕੇਸ ਕੁਸਮ ਤੇ ਧੌਲੇ, ਸਬਤ ਪਾਤਾਲ ਕੀ ਬਾਣੀ, ਲੋਚਨ ਸ਼ਰਮੈ ਬਲ ਬੁੱਧ ਨਾਠੀ, ਤਾਂ ਕਾਮ ਪਵਸ ਮਧਾਣੀ। ਕਹਿੰਦੇ ਜਿਹੜੇ ਕਾਲੇ ਕੇਸ ਸੀ ਨਾ, ਪੁੰਡਰ ਕੇਸ ਕੁਸਮ ਤੇ ਧੌਲੇ। ਪੁੰਡਰ ਮੈਨੇ ਕਾਲੇ ਕੇਸ, ਚਿੱਟੇ ਫੁੱਲਾਂ ਨਾਲੋਂ ਵੀ ਜ਼ਿਆਦਾ ਚਿੱਟੇ ਹੋ ਗਏ। ਪੁੰਡਰ ਕੇਸ ਕੁਸਮ ਤੇ ਧੌਲੇ। ਕੁਸਮ ਮੈਨੇ ਜਿਹੜਾ ਫੁੱਲ ਹੁੰਦੇ ਨੇ ਚਿੱਟੇ ਰੰਗ ਦੇ, ਉਹਨਾਂ ਨਾਲੋਂ ਵੀ ਜ਼ਿਆਦਾ ਚਿੱਟੇ ਹੋ ਗਏ। ਲੋਚਣ ਸਾਡੀਆਂ ਅੱਖਾਂ, ਲੋਚਣ ਸ਼ਰਮੈ ਬਲ ਬੁੱਧ ਨਾਠੀ, ਤਾਂ ਕਾਮ ਪਵਸਨਾ ਮਧਾਣੀ। ਜਿਹੜੇ ਕੰਨ ਨੇ ਉਹ ਵੀ ਰਹਿ ਗਏ, ਅੱਖਾਂ ਵੀ ਰਹਿ ਗਈਆਂ, ਸਰੀਰ ਦਾ ਬਲ ਜਾਂਦਾ ਰਿਹਾ, ਪਰ ਅਜੇ ਵੀ ਅੰਦਰ ਕਾਮਨਾ ਚੱਲ ਰਹੀ ਹੈ। ਅਜੇ ਵੀ ਅੰਦਰ ਕਾਮਨਾ ਹੀ ਚੱਲੀ ਜਾ ਰਹੀਆਂ ਹਨ। ਮਨਮੁਖ ਦੀ ਤ੍ਰਿਸ਼ਨਾ ਨਹੀਂ ਮਿਟਦੀ। ਮਹਾਰਾਜ ਕਹਿੰਦੇ ਗੁਰਮੁਖ ਸ਼ਬਦੇ ਰਤਿਆਂ, ਸੀਤਲ ਹੋਏ ਆਪ ਗਵਾਏ। ਗੁਰਮੁਖ ਦੀ ਕੀ ਅਵਸਥਾ ਹੈ? ਉਹ ਸ਼ਬਦ ਨਾਲ ਜੁੜਿਆ ਹੈ। ਉਹ ਭਾਵੇਂ ਬਾਲਕ, ਭਾਵੇਂ ਬਿਰਧ ਹੈ, ਭਾਵੇਂ ਜਵਾਨ ਹੈ, ਗੁਰਮੁਖ ਸ਼ਬਦ ਵਿੱਚ ਜੁੜਿਆ ਹੋਇਆ ਅੰਦਰੋਂ ਸੀਤਲ ਹੋ ਜਾਂਦਾ ਹੈ। ਆਪਾ ਆਪ ਉਹਨੇ ਗਵਾ ਦਿੱਤਾ ਹੁੰਦਾ ਹੈ। ਸ਼ਬਦ ਦੀ ਕਮਾਈ ਕਰਕੇ ਉਹ ਅੰਦਰੋਂ ਆਨੰਦ ਪ੍ਰਾਪਤ ਕਰ ਲੈਂਦਾ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ। ਅੰਦਰੋਂ ਤ੍ਰਿਪਤ ਹੋ ਜਾਂਦਾ ਹੈ ਮਨ ਕਰਕੇ, ਉਹਨੂੰ ਫਿਰ ਵਿਸ਼ੇ ਵਿਕਾਰਾਂ ਦੀ, ਪਦਾਰਥਾਂ ਦੀ ਭੁੱਖ ਨਹੀਂ ਲੱਗਦੀ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰੇ ਲਿਵ ਲਾਏ। ਜੋ ਗੁਰਮੁਖ ਫਿਰ ਆਪਣੇ ਜੀਵਨ ਵਿੱਚ ਜੋ ਵੀ ਕਰਦੇ ਨੇ ਉਹ ਪ੍ਰਵਾਨ ਹੁੰਦਾ ਹੈ, ਕਿਉਂਕਿ ਉਹ ਨਾਮ ਤੋਂ ਬਾਹਰ ਨਹੀਂ ਜਾਂਦੇ, ਉਹ ਗੁਰੂ ਦੀ ਮੱਤ ਤੋਂ ਬਾਹਰ ਨਹੀਂ ਜਾਂਦੇ। ਜਿਹੜੇ ਨਾਮ ਦੇ ਵਿੱਚ ਲਿਵ ਲਾਈ ਬੈਠੇ ਨੇ, ਉਹਨਾਂ ਦਾ ਕੀਤਾ ਹੋਇਆ ਹਰ ਇੱਕ ਕਰਮ ਪ੍ਰਵਾਨ ਹੋ ਜਾਂਦਾ ਹੈ। ਪੌੜੀ ਹਉ ਬਲਿਹਾਰੀ ਤਿੰਨ ਕੋ, ਜੋ ਗੁਰਮੁਖ ਸਿੱਖਾਂ। ਗੁਰੂ ਰਾਮਦਾਸ ਜੀ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਹਾਂ ਭਾਈ, ਜਿਨ੍ਹਾਂ ਨੇ ਗੁਰਮੁਖਾਂ ਵਾਲਾ ਜੀਵਨ ਬਣਾ ਲਿਆ, ਜਿਹੜੇ ਗੁਰੂ ਦੀ ਮੱਤ ਨੂੰ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ, ਜੋ ਸਿੱਖ ਲੈਂਦੇ ਨੇ ਗੁਰੂ ਦੀ ਮੱਤ ਨੂੰ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾ। ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ, ਉਹਨਾਂ ਗੁਰਮੁਖਾਂ ਦੇ ਅਸੀਂ ਦਰਸ਼ਨ ਕਰਦੇ ਹਾਂ। ਸੁਣ ਕੀਰਤਨ ਹਰ ਗੁਣ ਰਵਾਰ, ਜਪ ਮਨ ਲਿਖਾ। ਕੀਰਤਨ ਸੁਣ ਕੇ ਵਾਹਿਗੁਰੂ ਦੇ ਗੁਣ ਮੈਂ ਜਪਾਂ,
ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾਂ, ਤੇ ਵਾਹਿਗੁਰੂ ਦੇ ਜਸ ਨੂੰ ਆਪਣੇ ਮਨ ਵਿੱਚ ਲਿਖ ਲਵਾਂ। ਹਰ ਨਾਮ ਸਲਾਈ ਰੰਗ ਸਿਉ, ਸਭ ਕਿਲ ਵਿਖ ਕਰੇਖਾ। ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਨਾਲ ਸਲਾਹੁਣਾ ਕਰਾਂ, ਪ੍ਰੇਮ ਨਾਲ ਵਾਹਿਗੁਰੂ ਜਪਾਂ, ਕਿਉਂਕਿ ਵਾਹਿਗੁਰੂ ਨੂੰ ਜਿੰਨਾ ਆਪਾਂ ਪ੍ਰੇਮ ਨਾਲ ਜਪਾਂਗੇ, ਬਾਣੀ ਨੂੰ ਜਿੰਨਾ ਪ੍ਰੇਮ ਨਾਲ ਪੜ੍ਹਾਂਗੇ, ਸਾਡੇ ਮਨ ਤੋਂ ਪਾਪਾਂ ਦੀ ਮੈਲ, ਕਿਲਵਿਖਾਂ ਦੀ ਮੈਲ ਲੈ ਜਾਵੇਗੀ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ। ਉਹ ਸਰੀਰ ਉਹ ਥਾਨ ਸ਼ੋਭਨੀਕ ਹੈ, ਜਿੱਥੇ ਮੇਰਾ ਗੁਰੂ ਆਪਣੇ ਚਰਨ ਟਿਕਾ ਦਿੰਦਾ ਹੈ, ਜਿੱਥੇ ਮੇਰੇ ਗੁਰੂ ਦਾ ਸ਼ਬਦ ਵਸ ਜਾਂਦਾ ਹੈ। ਉਹ ਸਰੀਰ ਭਾਵੇਂ ਉਹ ਬਾਹਰੀ ਧਰਤੀ ਹੈ ਜਾਂ ਸਰੀਰ ਹੈ, ਉਹ ਸ਼ੋਭਨੀਕ ਹੋ ਜਾਂਦੀ ਹੈ ਜਿੱਥੇ ਜਾਏ ਵੈ ਮੇਰਾ ਸਤਿਗੁਰੂ। ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਆਪਣਾ ਨਿਵਾਸ ਕਿੱਥੇ ਰੱਖਦਾ ਹੈ, ਗੁਰੂ ਦਾ ਸ਼ਬਦ ਕਿੱਥੇ ਟਿਕਦਾ ਹੈ। ਗੁਰਮੁਖੋ, ਜਿਵੇਂ ਆਪਾਂ ਕਿੱਥੇ ਜਾ ਕੇ ਬੈਠਾਂਗੇ, ਆਪਾਂ ਵੇਖਦੇ ਹਾਂ ਜਿਹੜੀ ਜਗ੍ਹਾ ਸਾਫ਼ ਹੈ, ਸੁਥਰੀ ਹੈ, ਉੱਥੇ ਬੈਠਾਂਗੇ ਨਾ। ਗੁਰੂ ਵੀ ਵੇਖਦਾ ਜਿਸ ਸਿੱਖ ਦਾ ਹਿਰਦਾ ਸਾਫ਼ ਹੈ, ਮੈਲ ਤੋਂ ਰਹਿਤ ਹੈ, ਕਪਟ ਛਲ ਤੋਂ, ਵਿਕਾਰਾਂ ਤੋਂ, ਉੱਥੇ ਗੁਰੂ ਦੇ ਸ਼ਬਦ ਦਾ ਵਾਸਾ ਹੁੰਦਾ। ਸਤਿਗੁਰੂ ਮਹਿਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।